ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ, ਨਿਊਜ਼ 18 ਦੇ ਦਰਸ਼ਕਾਂ ਨੂੰ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਲਾਲ ਕਿਲੇ ਦੀ, ਜਿੱਥੇ ਨਜ਼ਰਾਂ ਪੂਰੇ ਦੇਸ਼ ਦੀਆਂ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਤੇ ਹੁੰਦੀਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਿਤ ਕੀਤਾ ਤਿਰੰਗਾ ਫਹਿਰਾਉਣ ਤੋਂ ਬਾਅਦ ਪੂਰੇ ਦੇਸ਼ ਨੂੰ, ਤੇ ਜ਼ਿਕਰ ਹੋਇਆ ਆਤਮ ਨਿਰਭਰਤਾ ਦਾ। उन्होंने कहा कि आत्म निर्भरता अज दे समय की जरूरत है, सानू आत्म निर्भर होना ही होवेगा। उन्होंने कहा कि कदों तक कच्चा माल बाहर भेजते रहांगे, लोकल दे लई वोकल होने की जरूरत है। ते प्रधानमंत्री मोदी ने कहा कि साडे देश दे विच समर्था की कोई कमी नहीं। तो किसानों को लैके भी प्रधानमंत्री दे वल्लों वड्डा बयान दिता गया कि कुछ प्रधानमंत्री ने कहा कि करके सारे पॉइंट्स भी तुहाडे सामने आउणगे, सुणावांगे प्रधानमंत्री लाल किले तो की कुछ बोलते नजर आए ने। ਤਾਂ ਪ੍ਰਧਾਨ ਮੰਤਰੀ ਨੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਅਸੀਂ ਸਾਰੇ ਬੰਦਰਾਂ ਤੋਂ ਮੁਕਤ ਕੀਤਾ ਹੈ, ਖੇਤੀ ਸੰਬੰਧੀ ਕਾਨੂੰਨਾਂ ਦੇ ਵਿੱਚ ਵੱਡੇ ਸੁਧਾਰ ਕੀਤੇ ਨੇ। ਦੇਸ਼ ਦਾ ਕਿਸਾਨ ਹੁਣ ਆਜ਼ਾਦੀ ਦਾ ਸਾਹ ਲੈ ਸਕਦਾ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਲਈ ਕੋਸ਼ਿਸ਼ ਜਾਰੀ ਹੈ। ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨੇ ਚੀਨ ਤੇ ਪਾਕਿਸਤਾਨ ਨੂੰ ਵੀ ਲਲਕਾਰਿਆ। LAC ਅਤੇ LOC ਦੇ ਵੱਲ ਕੋਈ ਅੱਖ ਚੁੱਕ ਕੇ ਨਾ ਵੇਖੇ। उन्होंने कहा कि अतवाद ਅਤੇ ਵਿਸਥਾਰਵਾਦ ਦਾ ਅਸੀਂ ਡਟ ਕੇ ਮੁਕਾਬਲਾ ਕਰਾਂਗੇ। अतवाद ਦੇ ਨਾਲ ਸਿੱਧਾ ਸੁਨੇਹਾ ਪਾਕਿਸਤਾਨ ਨੂੰ ਸੀ, ਵਿਸਥਾਰਵਾਦ ਦੇ ਨਾਲ ਸਿੱਧਾ ਸੁਨੇਹਾ ਚੀਨ ਨੂੰ ਸੀ ਕਿ ਦੋਵੇਂ ਚੀਜ਼ਾਂ ਬਰਦਾਸ਼ਤ ਤੋਂ ਬਾਹਰ ਨੇ, ਡਟ ਕੇ ਅਸੀਂ ਮੁਕਾਬਲਾ ਕਰਾਂਗੇ। ਸਾਡੀ ਤਾਕਤ ਦੁਨੀਆ ਨੇ ਲੱਦਾਖ ਦੇ ਵਿੱਚ ਦੇਖੀ ਹੈ, ਸਾਡੀ ਤਾਕਤ ਨੂੰ ਘਟ ਕਰਕੇ ਨਾ ਦੇਖਿਆ ਜਾਵੇ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਅਸੀਂ ਦੂਜੇ ਦੇਸ਼ਾਂ ਦੇ ਨਾਲ ਸੰਬੰਧਾਂ ਨੂੰ ਮਜ਼ਬੂਤ ਕੀਤਾ ਹੈ, ਕਰੋਨਾ ਨੂੰ ਅਸੀਂ ਚੁਣੌਤੀ ਵਜੋਂ ਲਿਆ ਹੈ। रोजाना 7 लाख कोरोना के टेस्ट किए जा रहे हैं। शुरू के रोजाना 300 टेस्ट ही हो रहे सी। कोरोना वैक्सीन ते सब दी नजर है। देश के विज्ञानी लगातार इस दे उत्ते जुटे हुए हैं। प्रधानमंत्री ने भी जिक्र किया कि देश के विच 3 वैक्सीन कोरोना दी वख-वख चरणों के विच ने, यानी कि 3 थावां दे उत्ते असीं जिहड़े ट्रायल्स ने उसनूं अगे वधा रहे हैं। वैक्सीन आउण ते हर भारती तक ये दवाई पहुंचेगी। ਤੇ ਉਹ ਖਾਸ ਬਿੰਦੂ ਜਿਹੜੇ ਪ੍ਰਧਾਨ ਮੰਤਰੀ ਦੀ ਤਕਰੀਬਨ 1.5 ਘੰਟੇ ਦੀ ਸਪੀਚ ਦੇ ਵਿੱਚ ਨਿਕਲ ਕੇ ਸਾਹਮਣੇ ਆਏ। ਜੋ ਖਾਸ ਪ੍ਰਧਾਨ ਮੰਤਰੀ ਨੇ ਕਿਹਾ, ਆਤਮ ਨਿਰਭਰ ਦਾ ਇੱਕ ਵਾਰ ਮੁੜ ਤੋਂ ਜ਼ਿਕਰ ਉਹ ਕਰਦੇ ਨਜ਼ਰ ਆਏ। ਉਹਨਾਂ ਨੇ ਇਹ ਵੀ ਕਿਹਾ ਕਿ ਆਤਮ ਨਿਰਭਰ ਦਾ ਮਤਲਬ ਇਹੀ ਰੱਖਿਆ ਜਾਵੇ ਕਿ ਦੇਸ਼ ਦੇ ਵਿੱਚ ਪ੍ਰੋਡਕਸ਼ਨ ਹੋਵੇ ਤੇ ਉਹ ਪੂਰੀ ਦੁਨੀਆ ਦੇ ਲਈ ਹੋਵੇ, ਲੋਕਲ ਦੇ ਲਈ ਵੋਕਲ ਦਾ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ। ਜੋ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਚੀਨ ਪਾਕਿਸਤਾਨ ਨੂੰ ਤਾਂ ਲਲਕਾਰ ਲਾਜ਼ਮੀ ਤੌਰ ਤੇ ਹੋਏਗੀ। LAC ਅਤੇ LOC ਨੂੰ ਲੈ ਕੇ ਵੀ ਜ਼ਰੂਰ ਪ੍ਰਧਾਨ ਮੰਤਰੀ ਨੇ ਸਾਫ਼ ਕੀਤਾ ਕਿ ਸਾਡੇ ਵੱਲ ਕੋਈ ਅੱਖ ਚੁੱਕ ਕੇ ਨਾ ਵੇਖੇ। ਤਾਂ 3 ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ। ਰਾਸ਼ਟਰਪਿਤਾ ਨੂੰ ਨਮਨ ਕਰਨ ਦੇ ਲਈ ਪਹਿਲਾਂ ਪ੍ਰਧਾਨ ਮੰਤਰੀ ਪਹੁੰਚੇ ਰਾਜਘਾਟ ਦੇ ਉੱਤੇ। ਲਾਲ ਕਿਲੇ ਤੇ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੇ ਤਿਰੰਗਾ ਫਹਿਰਾਇਆ। ਇਹ 7ਵੀਂ ਵਾਰ ਲਗਾਤਾਰ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਵਜੋਂ ਲਾਲ ਕਿਲੇ ਤੇ ਤਿਰੰਗਾ ਲਹਿਰਾਇਆ ਹੋਵੇ। ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਰਾਜਘਾਟ ਦੇ ਉੱਤੇ ਪ੍ਰਧਾਨ ਮੰਤਰੀ, क्योंकि यह भी रिवायत है कि जो आज़ादी दिहाड़ा होंदा है तो उस तो राष्ट्रपिता नूं पहलां नमन किया जाता है। तो राजघाट महात्मा गांधी राष्ट्रपिता की समाधि स्थल है, जिथे पहुंचे प्रधानमंत्री तो उन्होंने वालों नमन किया गया राष्ट्रपिता महात्मा गांधी नूं, उन्होंने कुर्बानी नूं, उन्होंने योगदान नूं, जो देश को आज़ाद करने के लिए उन्होंने अपना योगदान पाया, उसनूं याद किया गया। हमेशा याद किया, हर कोई याद करता है। ਤੇ ਉਸ ਤੋਂ ਬਾਅਦ ਲਾਲ ਕਿਲੇ ਦੇ ਲਈ ਰਵਾਨਾ ਹੋਏ। ਲਾਲ ਕਿਲੇ ਤੇ ਜਾ ਕੇ ਸਭ ਤੋਂ ਪਹਿਲਾਂ ਗਾਰਡ ਆਫ ਆਨਰ ਹੁੰਦਾ ਹੈ ਜੋ ਪ੍ਰਧਾਨ ਮੰਤਰੀ ਨੂੰ ਦਿੱਤਾ ਜਾਂਦਾ ਹੈ ਤਿੰਨੇ ਫੌਜਾਂ ਦੇ ਵੱਲੋਂ। ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਟੇਜ ਤੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਤਿਰੰਗਾ ਲਹਿਰਾਇਆ ਗਿਆ। ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਸੰਬੋਧਨ ਸੀ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਆਏ ਵੱਖ-ਵੱਖ ਬਿੰਦੂਆਂ ਦਾ। इतनी आपदाओं के बीच ही सीमा पर भी देश के सामर्थ्य को चुनौती देने के दुष्प्रयास हुए, लेकिन LOC से लेकर LAC तक देश की संप्रभुता पर जिस किसी ने आंख उठाई,
देश की सेना ने, हमारे वीर जवानों ने उसका उसी की भाषा में जवाब दिया है। मैं आज मातृभूमि पर न्योछावर उन सभी वीर जवानों को लाल किले की प्राचीर से आदरपूर्वक नमन करता हूं। आतंकवाद हो या विस्तारवाद, भारत आज डटकर मुकाबला कर रहा है। आज दुनिया पर का भारत पर विश्वास और मजबूत हुआ है। पिछले दिनों संयुक्त राष्ट्र सुरक्षा परिषद के अस्थायी सदस्य के रूप में 192 में से 184, 192 में से 184 देशों से होगा भारत को समर्थन मिलना, ये हमारे हर हिंदुस्तानी के लिए गर्व दिलाता है। विश्व में हमने कैसी अपनी पहुंच बनाई है, उसका यह उदाहरण है। जिस देश में N95 नहीं बनता था, बनने लगे। पीपीई नहीं बनता था, बनने लग गए। वेंटिलेटर नहीं बनता था, बनने लग गए। देश की आवश्यकताओं की तो पूर्ति हुई, लेकिन दुनिया में एक्सपोर्ट करने की हमारी ताकत बन गई। दुनिया की जरूरत थी, आत्मनिर्भर भारत दुनिया को कैसे मदद कर सकता है, आज हम इसमें हम देख सकते हैं। और इसलिए विश्व की भलाई में भी भारत का योगदान करना यह दायित्व बनता है। और उसलिए भी हमें उसी प्रकार से बहुत हो चुका है। आजाद भारत की मानसिकता क्या होनी चाहिए? आजाद भारत की मानसिकता होनी चाहिए वोकल फॉर लोकल। हमारे जो स्थानीय उत्पाद है उसका हमने गौरवगान करना चाहिए। हम अपनी चीजों का गौरवगान नहीं करेंगे तो उसको अच्छा बनने का अवसर भी नहीं मिलेगा, उसकी हिम्मत नहीं बढ़ेगी। आइए हम मिलकर के संकल्प लें। आजादी के 75 साल के पर्व की ओर जब कदम रख रहे हैं, तब वोकल फॉर लोकल का जीवन मंत्र बन जाए और हम मिलकर के भारत की उस ताकत को हम बढ़ावा दे दें। मैं आज देशवासियों को कहना चाहूंगा, देश के हमारे वैज्ञानिकों की प्रतिभा एक ऋषि मुनि की तरह लेबोरेटरी में जी जान से जुटे हुए हैं, अखंड एक निष्ठ तपस्या कर रहे हैं, बड़ी कड़ी मेहनत कर रहे हैं। और भारत में एक नहीं, दो नहीं, तीन वैक्सीन उसके टेस्टिंग के अलग अलग चरण में है। वैज्ञानिकों से जब हरी झंडी मिल जाएगी, बड़े पैमाने पर प्रोडक्शन होगा और उसकी तैयारियां भी पूरी तरह रेडी हैं। और तेजी से प्रोडक्शन के साथ वैक्सीन हर भारतीय तक कम से कम समय में कैसे पहुंचे, उसका खाका भी तैयार है, उसका रूपरेखा भी तैयार है। देश ने इतिहास बनाया, इतिहास बदले देखा, असाधारण काम करके दिखाया। 10 दिन पूर्व अयोध्या में भगवान राम के भव्य मंदिर का निर्माण शुरू हुआ। राम जन्मभूमि के सदियों पुराने विषय का शांतिपूर्ण समाधान हो चुका है। देश के लोगों ने जिस संयम के साथ और समझदारी के साथ आचरण किया है, व्यवहार किया है, यह अभूतपूर्व है और भविष्य के लिए हमारे लिए प्रेरणा का कारण है। शांति, एकता और सद्भावना, यही तो आत्मनिर्भर भारत की ताकत बनने वाली है। यही मेलजोल, यही सद्भाव भारत के उज्जवल भविष्य की गारंटी है। इसी सद्भाव के साथ हमें आगे बढ़ना है। विकास में के इस महायज्ञ में हर हिंदुस्तानी को अपनी कुछ न कुछ आहुति देनी है। आज
हम देख रहे हैं, राष्ट्रीय शिक्षा नीति हो, वन नेशन वन रेशन कार्ड की बात हो, वन नेशन वन ग्रिड की बात हो, वन नेशन वन टैक्स की बात हो, इंसॉल्वेंसी और बैंकरप्सी कोड उसकी बात हो, चाहे बैंकों को मर्जर करने का प्रयास हो, देश की सच्चाई बन चुकी है, देश की हकीकत है। भारत में परिवर्तन के इस कालखंड में रिफॉर्म्स के परिणामों को दुनिया देख रही है। एक के बाद एक दूसरे से जुड़े हुए हम जो रिफॉर्म्स कर रहे हैं उसको दुनिया बहुत बारीकी से देख रही है और उसी का कारण है बीते वर्ष भारत में एफडीआई में अब तक के सारे रिकॉर्ड तोड़ दिए। फॉरेन डायरेक्ट इन्वेस्टमेंट अब तक के सारे रिकॉर्ड तोड़ दिए। बीते वर्ष भारत में एफडीआई में 18% की वृद्धि हुई है, बढ़ोतरी हुई है और इसलिए कोरोना काल में भी दुनिया की बड़ी बड़ी कंपनियां भारत की ओर रुख ले रही हैं। ये विश्वास ऐसे ही पैदा नहीं हुआ है, ऐसे ही दुनिया मोहित नहीं हुई है। इसके लिए भारत ने अपनी नीतियों पर, भारत ने अपने लोकतंत्र पर, भारत ने अपनी अर्थव्यवस्था की बुनियाद की मजबूती पर जो काम किए हैं उसने ये विश्वास जगाया है। दुनिया भर के अनेक बिजनेस भारत को सप्लाई चेन के केंद्र के रूप में आज देख रहे हैं। अब हमें मेक इन इंडिया के साथ साथ मेक फॉर वर्ल्ड ये मंत्र को लेकर के भी हमें आगे बढ़ना है। भारत में महिला शक्ति को जब जब भी अवसर मिले उन्होंने देश का नाम रोशन किया, देश को मजबूती दी है। महिलाओं को स्वरोजगार और रोजगार के समान अवसर देने के लिए आज देश प्रतिबद्ध है। आज भारत में महिलाएं अंडरग्राउंड कोयले की खदान में काम कर रही हैं, तो आज मेरे देश की बेटियां फाइटर प्लेन भी उड़ा करके आसमान की बुलंदियों को चूम रही है। आज भारत दुनिया के उन देशों में है जहां नौसेना और वायुसेना में महिलाओं को कॉम्बैट रोल में शामिल किया जा रहा है। गर्भवती महिलाओं को सैलरी के साथ 6 महीने की छुट्टी देने का फैसले की बात हो, हमारे देश की महिलाएं जो 3 तलाक के कारण पीड़ित रहती थी, वैसी हमारी मुस्लिम बहनों को मुक्ति दिलाने, आजादी दिलाने का काम हो, महिलाओं के आर्थिक सशक्तिकरण की बात हो। 40 करोड़ जो जनधन खाते खोले गए हैं उसमें 22 करोड़ खाते हमारी बहनों के हैं। कोरोना काल में करीब 30,000 करोड़ रुपए इन बहनों के खाते में जमा कर दिए गए हैं। मुद्रा लोन 25 करोड़ के करीब मुद्रा लोन दिए गए, उसमें 70% मुद्रा लोन लेने वाली हमारी माताएं बहनें हैं। प्रधानमंत्री आवास योजना के तहत जो खुद का घर मिल रहा है उसमें अधिकतम रजिस्ट्री भी महिलाओं के नाम हो रही है। मेरे प्यारे देशवासियों, गरीब बहन बेटियों की बेहतर स्वास्थ्य की भी चिंता ये सरकार लगातार कर रही है। हमने जन औषधि केंद्र के अंदर 1 रुपये में सैनिटरी पैड पहुंचाने के लिए एक बहुत बड़ा काम किया। 6,000 जन औषधि केंद्रों में पिछले कुछ थोड़े से समय में ही करीब 5 करोड़ से ज्यादा सैनिटरी पैड हमारी इन गरीब महिलाओं तक पहुंच चुके हैं। तो प्रधानमंत्री ਦੇ ਵੱਲੋਂ ਆਪਣੇ ਭਾਸ਼ਣ ਦੇ ਵਿੱਚ ਸੰਬੋਧਨ ਦੇ ਦੌਰਾਨ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਦੇਸ਼ ਇਸ ਸਮੇਂ ਅੱਗੇ ਵਧ ਰਿਹਾ ਹੈ ਤੇ ਦੂਜੇ ਪਾਸੇ ਚੁਣੌਤੀਆਂ ਇਸ ਸਮੇਂ ਦੇਸ਼ ਦੇ ਸਾਹਮਣੇ ਕੀ ਨੇ। ਸਭ ਤੋਂ ਵੱਡੀ ਚੁਣੌਤੀ ਹਾਲ ਹੀ ਦੇ ਦੌਰ ਦੇ ਵਿੱਚ ਕਰੋਨਾ ਹੈ, ਉਸ ਤੋਂ ਬਾਹਰ ਕਿਵੇਂ ਆਉਣਾ ਹੈ ਤੇ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ 3 ਵੈਕਸੀਨਸ ਦੇ ਉੱਤੇ ਕੰਮ ਚੱਲ ਰਿਹਾ ਹੈ, ਯਾਨੀ ਕਿ ਜਲਦ ਹੋ ਸਕਦਾ ਹੈ ਕਿ ਹਿੰਦੁਸਤਾਨ ਦੇ ਕੋਲ ਆਪਣੀ ਵੈਕਸੀਨ ਹੋਵੇ ਕਰੋਨਾ ਦੇ ਲਈ। ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਜਦੋਂ ਦਵਾਈ ਬਣ ਕੇ ਤਿਆਰ ਹੋ ਜਾਏਗੀ ਉਹ ਹਰ ਦੇਸ਼ਵਾਸੀ ਤੱਕ ਪਹੁੰਚੇਗੀ। ਅਸੀਂ ਨਿੱਕੇ ਜਿਹੇ ਬ੍ਰੇਕ ਦੇ ਲਈ ਰੁਕ ਰਹੇ ਹਾਂ।
ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ। ਬ੍ਰੇਕ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਦਾ ਹਾਲ, ਕਿੱਥੇ-ਕਿੱਥੇ ਕਿਹੜੇ ਮੰਤਰੀ ਦੇ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਬ੍ਰੇਕ ਤੋਂ ਬਾਅਦ इस टेक्स्ट हेडलाइन के प्रायोजक हैं सुषमा, लार्जेस्ट रियल एस्टेट डेवलपर ऑफ द रीजन। इस टेक्स्ट हेडलाइन के प्रायोजक हैं सुषमा, लार्जेस्ट रियल एस्टेट डेवलपर ऑफ द रीजन। आज ही मेल करें sales@nw18.com पर। न्यूज 18 इंडिया आपका पसंदीदा नेशनल न्यूज चैनल। देखिए डीडी फ्री डिश पर बिग मैजिक और 9XM चैनल के बीच कोरोना की हर खबर देखते रहिए न्यूज 18 इंडिया पर। भैया राम राम नमस्कार। हम बाहर ना जाना, कुछ बता रहे हैं, कुछ चेता रहे हैं। आपने लॉकडाउन के दौरान देखा कि हम क्या कर रहे हैं। कोरोना काल में लोग एक दूसरे को समझा रहे हैं, बड़े बड़े लोग वीडियो बना रहे हैं। आप गाना जानते हैं तो गाइए या फिर अपना हुनर दिखाइए, वीडियो बनाइए और हम तक पहुंचाइए और घर बैठे बनिए स्टार। न्यूज 18 इंडिया आपका पसंदीदा नेशनल न्यूज चैनल उपलब्ध है डिश टीवी के चैनल नंबर 663 और D2H के चैनल नंबर 306 पर। कोरोना की हर खबर देखते रहिए न्यूज 18 इंडिया पर। फिर फिजाएं हुई गुलजार, हर तरफ लगने लगी कतार। फिर लोग संभालने लगे जिम्मेदारियों का दारोमदार। लेकिन भागम भाग में मत भूलिए कोरोना का किरदार। हर मोड़ पर अपनाइए मास्क, सैनिटाइजर और सोशल डिस्टेंसिंग का हथियार। कोरोना से जुड़ी हर सावधानी और हर अपडेट देखिए अनलॉक 1 में, सिर्फ न्यूज 18 पंजाब, हरियाणा, हिमाचल पर। घर मेरा भी है, परिवार मेरा भी है। सवाल साडे अपने भी पुछदे ने, पर ਅਸੀਂ ਰਿਸਕ ਚੁੱਕਦੇ ਹਾਂ ਤੁਹਾਡੇ ਲਈ। ਅਸੀਂ ਆ ਬਾਹਰ ਤਾਂ ਕਿ ਤੁਸੀਂ ਅੰਦਰ ਬੈਠੋ। कोरोना ਦੀ ਸਹੀ ਜਾਣਕਾਰੀ ਹਾਸਲ ਕਰੋ। ਤਾਂ ਫਿਰ ਤੁਸੀਂ ਕਿਉਂ ਨਿਕਲ ਰਹੇ ਹੋ ਬਾਹਰ? ਘਰ ਵਿੱਚ ਰਹੋ ਤੇ कोरोना ਦੇ ਖਿਲਾਫ ਲੜਨ 'ਚ ਦੇਸ਼ ਦੀ ਮਦਦ ਕਰੋ, ਕਿਉਂਕਿ ਜਾਨ ਹੈ ਤੇ ਜਹਾਨ ਹੈ। ਤੁਸੀਂ ਮੋਗਾ ਵਿੱਚ ਹੋਮ ਆਈਸੋਲੇਟ ਕੀਤੇ ਗਏ 15 ਅਪ੍ਰੈਲ ਤੱਕ के प्रायोजक सच्ची सहेली, महिलाओं के लिए सबसे भरोसेमंद औषधि एवं टॉनिक। इस न्यूज हेडलाइंस के प्रायोजक सच्ची सहेली, महिलाओं के लिए सबसे भरोसेमंद औषधि एवं टॉनिक। ਤਾਂ ਦੇਸ਼ ਭਰ ਦੇ ਵਿੱਚ ਜਸ਼ਨ ਆਜ਼ਾਦੀ ਹੈ। ਜੇ ਆਜ਼ਾਦੀ ਦਿਹਾੜੇ ਦੀਆਂ ਹਰ ਪਾਸੇ ਰੌਣਕਾਂ ਨਜ਼ਰ ਆ ਰਹੀਆਂ ਨੇ, ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ। ਪੰਜਾਬ ਦੇ ਵਿੱਚ ਵੀ ਰੌਣਕਾਂ ਨਜ਼ਰ ਆਈਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੇ ਵਿੱਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਮੁੱਖ ਮੰਤਰੀ ਨੇ ਦੇਸ਼ ਦੇ ਸ਼ਹੀਦ ਜਵਾਨਾਂ ਨੂੰ ਯਾਦ ਕੀਤਾ। ਕੋਰੋਨਾ ਯੋਧਿਆਂ ਨੂੰ ਵੀ ਮੁੱਖ ਮੰਤਰੀ ਦੇ ਵੱਲੋਂ ਸਲਾਮ ਕੀਤਾ ਗਿਆ। ਸਾਰਿਆਂ ਦੇ ਸਹਿਯੋਗ ਦੇ ਨਾਲ ਕੋਰੋਨਾ ਦੇ ਨਾਲ ਲੜ ਰਹੇ ਹਾਂ ਲੜਾਈ, ਇਹ ਵੀ ਮੁੱਖ ਮੰਤਰੀ ਨੇ ਜ਼ਿਕਰ ਕੀਤਾ। ਤੇ ਨਾਲ ਹੀ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ 50,000 ਨਵੀਆਂ ਨੌਕਰੀਆਂ ਅਸੀਂ ਦਿਵਾਵਾਂਗੇ। ਪੰਜਾਬ ਦੀ ਨਵੀਂ ਉਦਯੋਗ ਨੀਤੀ ਜਲਦ ਆਵੇਗੀ ਤੇ ਇੰਡਸਟਰੀ ਦੇ ਵਿੱਚ 63,000 ਕਰੋੜ ਦਾ ਨਿਵੇਸ਼ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਈ ਹੈ। ਨਿਵੇਸ਼ ਦੇ ਨਾਲ ਇੰਡਸਟਰੀ ਦੇ ਵਿੱਚ 2 ਲੱਖ ਨੌਕਰੀਆਂ ਮਿਲਣਗੀਆਂ। ਜ਼ਮੀਨ ਠੇਕੇ ਤੇ ਦੇਣ ਦੇ ਲਈ ਵੀ ਨਵਾਂ ਕਾਨੂੰਨ ਲਿਆਉਣ ਦਾ ਜ਼ਿਕਰ ਮੁੱਖ ਮੰਤਰੀ ਨੇ
15 ਗਜ਼ ਦੇ ਇਸ ਮੌਕੇ ਦੇ ਉੱਤੇ ਕੀਤਾ। ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ 750 ਸਟੇਡੀਅਮ ਬਣਾਏ ਜਾਣ ਦਾ ਵੀ ਸਰਕਾਰ ਨੇ ਫੈਸਲਾ ਲਿਆ। ਕਰਜ਼ ਮਾਫੀ ਤੇ ਸਮਾਰਟਫੋਨ ਸਣੇ ਕਈ ਵਾਅਦੇ ਪੂਰੇ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਮੁੱਖ ਮੰਤਰੀ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਕੈਪਟਨ ਨੇ ਚੀਨ ਅਤੇ ਪਾਕਿਸਤਾਨ ਤੇ ਵੀ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਦੁਸ਼ਮਣ ਦੇਸ਼ ਕਦੇ ਬਾਜ਼ ਨਹੀਂ ਆ ਸਕਦੇ। ਇਹਨਾਂ ਨੂੰ ਸਬਕ ਸਿਖਾਉਣ ਦੇ ਲਈ ਭਾਰਤੀ ਫੌਜ ਪੂਰੀ ਤਰ੍ਹਾਂ ਦੇ ਨਾਲ ਸਮਰੱਥ ਹੈ। ਸਰਹੱਦ ਤੇ ਜਵਾਨ ਮੂੰਹ ਤੋੜ ਜਵਾਬ ਦੇ ਰਹੇ ਨੇ। ਦੇਸ਼ ਦੀ ਸੁਰੱਖਿਆ ਦੇ ਵਿੱਚ ਪੰਜਾਬ ਦਾ ਵੀ ਵੱਡਾ ਯੋਗਦਾਨ ਹੈ। ਸਰਹੱਦੀ ਇਲਾਕੇ ਦੇ ਚੱਲਦੇ ਹਮੇਸ਼ਾ ਸਾਨੂੰ ਅਲਰਟ ਦੇ ਉੱਤੇ ਰਹਿਣ ਦੀ ਜ਼ਰੂਰਤ ਹੁੰਦੀ ਹੈ। ਸਰਹੱਦ ਤੇ ਪੰਜਾਬੀ ਹਮੇਸ਼ਾ ਡਟੇ ਰਹਿਣਗੇ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 50,000 ਨੌਕਰੀਆਂ ਅਸੀਂ ਦੇਵਾਂਗੇ। ਜਦੋਂ ਤਾਈਂ ਅਸੀਂ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਾਂਗੇ, ਸਾਡੀ ਇਕਨੋਮੀ ਨੂੰ ਚਲਾਵਾਂਗੇ ਨਹੀਂ, ਉਦੋਂ ਤਾਈਂ ਅਸੀਂ ਬੈਠਣਾ ਨਹੀਂ। ਪੰਜਾਬ ਨੂੰ ਆਪਾਂ ਨੇ ਫੇਰ ਨੰਬਰ 1 ਸੂਬਾ ਬਣਾਉਣਾ ਇਸ ਸਾਲ ਵਿੱਚ। ਇਹਦੇ ਲਈ ਕਈ ਚੀਜ਼ਾਂ ਸਟੇਟ ਦੇ ਵਿੱਚ ਅਸੀਂ ਕਰਨ ਲੱਗੇ ਹਾਂ। ਇਹ 1300 ਕਿਲੋਮੀਟਰ ਸਟੇਟ ਤੇ ਨੈਸ਼ਨਲ ਹਾਈਵੇ ਅਸੀਂ ਬਣਾਉਣ ਲੱਗੇ ਹਾਂ। 12,000 ਕਰੋੜ ਲੱਗੇਗਾ, ਉਹਦਾ ਪ੍ਰਬੰਧ ਹੋ ਗਿਆ। ਅਗਲੇ 2 ਸਾਲ ਦੇ ਵਿੱਚ ਸੜਕਾਂ ਪੂਰੀਆਂ ਹੋ ਜਾਣਗੀਆਂ। 28,830 ਕਿਲੋਮੀਟਰ ਰੂਰਲ ਲਿੰਕ ਰੋਡ ਅਸੀਂ ਪਿਛਲੇ 3 ਸਾਲਾਂ ਦੇ ਵਿੱਚ 3,278 ਕਰੋੜ ਲਾ ਕੇ ਇਹਨਾਂ ਨੂੰ ਪੂਰੀ ਕਰ ਦਿੱਤੀਆਂ ਨੇ। 6,162 ਕਿਲੋਮੀਟਰ ਰਹਿ ਗਏ ਨੇ, ਉਹ 834 ਕਰੋੜ ਅਸੀਂ ਉਹਦੇ ਤੇ ਲਾ ਕੇ ਤੇ ਇਸ ਬਿਮਾਰੀ ਦੇ ਦੌਰਾਨ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਖਿਆਲ ਰੱਖੋ। ਜ਼ਿਆਦਾ ਬਜ਼ੁਰਗਾਂ ਨੂੰ ਇਹ ਬਿਮਾਰੀ ਲੱਗਦੀ ਹੈ ਤੇ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਜਿਹੜੇ ਬਜ਼ੁਰਗ ਨੇ ਆਪਣੇ ਪਰਿਵਾਰਾਂ 'ਚ ਉਹਨਾਂ ਦਾ ਅਸੀਂ ਧਿਆਨ ਰੱਖਾਂਗੇ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਜ਼ਰੂਰ ਤੁਸੀਂ ਕਰੋ, ਮਾਸਕ ਨਾ ਛੱਡੋ। ਮੈਂ ਬਾਰ-ਬਾਰ ਇਹ ਕਹਿਣਾ, ਲੋਕ ਸੁਣ ਵੀ ਲੈਂਦੇ ਨੇ ਮੇਰੀ ਗੱਲ ਪਰ ਕਰਦੇ ਹੈ ਨਹੀਂ। ਤਾਂ ਮੁੱਖ ਮੰਤਰੀ ਦੇ ਵੱਲੋਂ ਜ਼ਿਕਰ ਕੀਤਾ ਗਿਆ, ਪੂਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਨਾਲ ਹੀ ਉਹਨਾਂ ਨੇ ਜ਼ਿਕਰ ਕਰੋਨਾ ਯੋਧਿਆਂ ਦਾ ਵੀ ਕੀਤਾ। ਅੱਜ ਦੇ ਦੌਰ ਦੇ ਵਿੱਚ, ਇਸ ਕਰੋਨਾ ਦੇ ਕਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਰੋਨਾ ਯੋਧਾ ਫਰੰਟ ਲਾਈਨ ਦੇ ਉੱਤੇ ਲੜ ਰਹੇ ਨੇ ਤੇ ਲੋਕਾਂ ਦਾ ਉਪਚਾਰ ਕਰ ਰਹੇ ਨੇ, ਖਾਸ ਤੌਰ ਤੇ ਡਾਕਟਰਸ ਤੇ ਮੈਡੀਕਲ ਸਟਾਫ ਹਰ ਪਾਸੇ ਉਹਨਾਂ ਦੀ ਸ਼ਲਾਘਾ ਹੋ ਰਹੀ ਹੈ। ਅਸੀਂ ਇੱਕ ਹੋਰ ਨਿੱਕੇ ਜਿਹੇ ਬ੍ਰੇਕ ਤੇ ਲਈ ਰੁਕ ਰਹੇ ਹਾਂ। ਬ੍ਰੇਕ ਤੋਂ ਬਾਅਦ ਜਦੋਂ ਵਾਪਸ ਆਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਬਠਿੰਡਾ 'ਚ, ਲੁਧਿਆਣਾ 'ਚ, ਅੰਮ੍ਰਿਤਸਰ ਦੇ ਵਿੱਚ, ਮੋਹਾਲੀ ਦੇ ਵਿੱਚ ਕਿਹੋ ਜਿਹੀਆਂ ਰੌਣਕਾਂ ਨਜ਼ਰ ਆਈਆਂ ਨੇ ਆਜ਼ਾਦੀ ਦਿਹਾੜੇ ਦੀਆਂ। ਪੂਰੇ ਪੰਜਾਬ ਦਾ ਹਾਲ ਬ੍ਰੇਕ ਤੋਂ ਬਾਅਦ।